ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਆਧੁਨਿਕ ਕਵੀਆਂ ਦੇ ਵਿੱਚੋਂ ਕਰਨਾ ਹੈ ਕਵਿੱਤਰੀ ਸੁਖਵਿੰਦਰ ਅੰਮ੍ਰਿਤ। ਤਾਂ ਇਹਨਾਂ ਦਾ ਜਿਹੜਾ ਜਨਮ ਹੈ ਉਹ 1963 ਈਸਵੀ ਦੇ ਵਿੱਚ ਹੋਇਆ ਸੀ ਅਤੇ ਇਹਨਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੋਇਆ ਸੀ। ਤਾਂ ਇਹਨਾਂ ਨੇ ਕੁਝ ਕੁ ਸਮਾਂ ਅਧਿਆਪਨ ਦਾ ਕੰਮ ਹੈ ਜਿਹੜਾ ਉਹ ਕੀਤਾ ਅਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੁੱਖ ਕੰਮ ਹੈ ਉਹ ਲਿਖਣ ਕਾਰਜ ਦੇ ਨਾਲ ਹੀ ਸੰਬੰਧਿਤ ਹੈ। ਤਾਂ ਇਹਨਾਂ ਨੇ ਬਹੁਤ ਸਾਰੇ ਕਾਵਿ ਸੰਗ੍ਰਹਿ ਨੇ ਜਿਹੜੇ ਉਹ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੇ ਨੇ, ਜਿਨ੍ਹਾਂ ਦੇ ਵਿੱਚ ਸੂਰਜ ਦੀ ਦਹਿਲੀਜ਼, ਚਿਰਾਗਾਂ ਦੀ ਡਾਰ, ਕਣੀਆਂ, ਪਤਝੜ ਵਿੱਚ ਪੁੰਗਰ ਦੇ ਪੱਤੇ, ਕੇਸਰ ਦੇ ਛਿੱਟੇ, ਧੁੱਪ ਦੀ ਚੁੰਨੀ, ਹਜ਼ਾਰ ਰੰਗ ਦੀ ਲਾਟ, ਪੁੰਨਿਆ ਨੀਲਿਆ ਮੋਰਾ ਵੀ। ਤਾਂ ਜਿਹੜੀ ਸੁਖਵਿੰਦਰ ਅੰਮ੍ਰਿਤ ਹੈ, ਭਾਵੇਂ ਕਿ ਉਸਨੇ ਸਮਾਜਿਕ ਸਰੋਕਾਰ ਦੇ ਜਾਂ ਸਮਾਜਿਕ ਪਰਿਸਥਿਤੀਆਂ ਦੇ ਜਿਹੜੇ ਸਾਰੇ ਵਿਸ਼ੇ ਨੇ ਉਹ ਆਪਣੀਆਂ ਕਵਿਤਾਵਾਂ ਦੇ ਵਿੱਚ ਛੋਏ ਨੇ, ਪਰ ਫਿਰ ਵੀ ਇਹਨਾਂ ਦਾ ਜਿਹੜਾ ਮੁੱਖ ਸਾਹਿਤ ਪ੍ਰਤੀ ਜਿਹੜਾ ਇਹਨਾਂ ਦਾ ਮੁੱਖ ਵਿਸ਼ਾ ਹੈ ਉਹ ਹੈਗਾ ਨਾਰੀ ਤਪ ਨੂੰ ਅਵਾਰਨਾ, ਨਾਰੀ ਦੀ ਜਿਹੜੀ ਤਰਾਸਦੀ ਹੈ ਉਸ ਨੂੰ ਬਿਆਨ ਕਰਨਾ। ਤਾਂ ਆਪਣੇ ਸਿਲੇਬਸ ਦੇ ਵਿੱਚ ਇਹਨਾਂ ਦੀ ਕਵਿਤਾ ਜਿਹੜੀ ਸ਼ਾਮਲ ਕੀਤੀ ਗਈ ਹੈ ਮੇਰੀ ਨਹੀਂ ਪੁੱਗਦੀ, ਤਾਂ ਉਹ ਇਸਤਰੀ ਜਾਤੀ ਦੀ ਸਮਾਜ ਦੁਆਰਾ ਕਿਸ ਤਰ੍ਹਾਂ ਜਿਹੜੀ ਤਰਾਸਦੀ ਕੀਤੀ ਜਾਂਦੀ ਹੈ ਜਾਂ ਕਿਸ ਤਰ੍ਹਾਂ ਦਾ ਉਸ ਦੇ ਨਾਲ ਵਿਤਕਰਾ ਕੀਤਾ ਜਾਂਦਾ, ਤਾਂ ਉਸ ਨਾਲ ਸੰਬੰਧਿਤ ਕਵਿਤਾ ਹੈ ਇਹ ਮੇਰੀ ਨਹੀਂ ਪੁੱਗਦੀ। ਤਾਂ ਕਵਿਤਾ ਹੈ ਮਾਂ ਨੇ ਝਿੜਕੀ, ਪਿਓ ਨੇ ਝਿੜਕੀ, ਵੀਰ ਮੇਰੇ ਨੇ ਵਾਜੀ, ਮੇਰੀ ਨਹੀਂ ਪੁੱਗਦੀ। ਤਾਂ ਸਾਡੇ ਸਮਾਜ ਦੇ ਵਿੱਚ ਕੀ ਹੈ ਕਿ ਜਿਹੜੀ ਇਸਤਰੀ ਜਾਤੀ ਹੈ ਉਸ ਦੀ ਆਪਦੀ ਨਹੀਂ ਪੁੱਗਦੀ, ਕਿਉਂਕਿ ਉਸ ਨੂੰ ਮਾਂ ਅਤੇ ਪਿਓ ਨੇ ਜਿਹੜੇ ਉਹ ਵੀ ਝਿੜਕਦੇ ਨੇ ਅਤੇ ਵੀਰ ਵੀ ਉਸ ਨੂੰ ਕਿਸੇ ਨਾ ਕਿਸੇ ਕੰਮ ਕਰਨ ਤੋਂ ਵਰਜਦਾ ਹੈ, ਭਾਵ ਉਹ ਆਪਣੀ ਮਰਜ਼ੀ ਨਹੀਂ ਚਲਾ ਸਕਦੀ। ਇੱਧਰ ਕੰਡੇ ਉੱਧਰ ਵਾੜਾਂ, ਵਿੰਨੀਆਂ ਗਈਆਂ ਕੋਮਲ ਨਾੜਾਂ। ਕਹਿੰਦੇ ਉਸ ਦੇ ਆਲੇ ਦੁਆਲੇ ਜਿਹੜਾ ਸਮਾਜ ਹੈ ਉਹ ਰਹਿੰਦਾ ਹੈ, ਸਮਾਜ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਜਾਂ ਸਮਾਜ ਦਾ ਜਿਹੜਾ ਵਿਤਕਰਾ ਹੈ ਉਸ ਦੇ ਨਾਲ ਕੀਤਾ ਜਾਂਦਾ ਹੈ। ਤਾਂ ਕਹਿੰਦੇ ਉਸ ਦੇ ਲਈ ਇੱਧਰ ਵੀ ਕੰਡੇ ਨੇ ਅਤੇ ਉੱਧਰ ਵੀ ਵਾੜਾਂ ਨੇ, ਜਿਸ ਦੇ ਨਾਲ ਉਸ ਦੀਆਂ ਕੋਮਲ ਨਾੜਾਂ ਨੇ ਜਿਹੜੀਆਂ ਉਹ ਵਿੰਨੀਆਂ ਜਾਂਦੀਆਂ ਨੇ। ਇੱਕ ਇੱਕ ਸਾਹ ਦੀ ਖਾਤਰ ਅੜੀਓ 100 ਵਾਰੀ ਮਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਕਹਿੰਦੇ ਉਹ ਆਪਣਾ ਸਾਹ ਹੈ ਜਿਹੜਾ ਉਹ ਵੀ ਖੁੱਲ੍ਹ ਕੇ ਨਹੀਂ ਲੈ ਸਕਦੀ, ਤਾਂ ਉਹ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਮਰ ਕੇ ਕੱਟਦੀ ਹੈ। ਤਾਂ ਇਸ ਤਰ੍ਹਾਂ ਉਸ ਦੀ ਆਪਦੀ ਨਹੀਂ ਪੁੱਗਦੀ। ਸਿਰਜਾਂ ਪਾਲਾਂ ਗੋਦ ਸੰਭਾਲਾਂ, ਰਾਤ ਦੇ ਨੇਰਤ ਆਪਣੀ ਵਾਲਾਂ, ਕੁੱਲ ਦੇ ਚਾਨਣ ਖਾਤਰ ਆਪਣੀ ਖਾਕ ਚੋਂ ਦੀਵੇ ਘੜਦੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਤਾਂ ਕਹਿੰਦੇ ਇਸਤਰੀ ਜਾਤੀ ਦੁਆਰਾ ਬੱਚਿਆਂ ਨੂੰ ਪੈਦਾ ਕੀਤਾ ਜਾਂਦਾ ਹੈ, ਉਹਨਾਂ ਨੂੰ ਗੋਦ ਦੇ ਵਿੱਚ ਪਾਲਿਆ ਜਾਂਦਾ ਹੈ। ਤਾਂ ਉਹ ਆਪਣੇ ਖਾਨਦਾਨ ਨੂੰ ਅੱਗੇ ਵਧਾਉਣ ਦੇ ਲਈ ਕਹਿੰਦੇ ਆਪਣੇ ਸਰੀਰ ਦੀ ਮਿੱਟੀ ਦੇ ਵਿੱਚੋਂ ਦੀਵੇ ਘੜਦੀ ਹੈ ਅਤੇ ਆਪਣਾ ਖੂਨ ਉਸ ਦੇ ਵਿੱਚ ਪਾਉਂਦੀ ਹੈ। ਕਹਿੰਦੇ ਫਿਰ ਵੀ ਉਸ ਦੀ ਘਰ ਦੇ ਵਿੱਚ ਮਨ ਮਰਜ਼ੀ ਹੈ ਜਿਹੜੀ ਉਹ ਨਹੀਂ ਚੱਲਦੀ। ਚਰਖਾ ਕੱਤਾਂ ਸੂਤ ਬਣਾਵਾਂ, ਸੂਹੇ ਸਾਵੇ ਰੰਗ ਜੜਾਵਾਂ, ਸਭ ਦੇ ਪਿੰਡੇ ਪੈਰਨ ਪਾਵਾਂ, ਆਪ ਰਹਾ ਮੈਂ ਠਰਦੀ, ਮੇਰੀ ਨਹੀਂ ਪੁੱਗਦੀ। ਪੁੱਗਦੀ ਮਨ ਮਰਜ਼ੀ। ਕਹਿੰਦੇ ਇਸ ਤਰ੍ਹਾਂ ਕਹਿੰਦੇ ਉਹ ਚਰਖਾ ਕੱਤਦੀ ਹੈ, ਸੂਤ ਬਣਾਉਂਦੀ ਹੈ, ਉਸ ਨੂੰ ਅਨੇਕਾਂ ਤਰ੍ਹਾਂ ਦੇ ਰੰਗ ਝਾੜਦੀ ਹੈ, ਕੱਪੜੇ ਬੁਣਦੀ ਹੈ, ਪਰ ਕਹਿੰਦੇ ਉਸ ਨੂੰ ਆਪ ਨੂੰ ਪਹਿਨਣ ਲਈ ਨਹੀਂ ਮਿਲਦਾ, ਉਹ ਆਪ ਠਰਦੀ ਰਹਿੰਦੀ ਹੈ। ਤਾਂ ਕਹਿੰਦੇ ਇਸ ਤਰ੍ਹਾਂ ਫਿਰ ਵੀ ਉਸ ਦੀ ਆਪਦੀ ਮਨ ਮਰਜ਼ੀ ਨਹੀਂ ਪੁੱਗਦੀ। ਬੂਟੇ ਲਾਵਾਂ, ਪਾਣੀ ਪਾਵਾਂ, ਸੇਰੇ ਗੁੰਦਾ, ਸੁੱਖ ਮਨਾਵਾਂ, ਜੇ ਕਿਸੇ ਰੁੱਖ 'ਤੇ ਪੀਂਘ ਚੜਾਵਾਂ, ਫੇਰ ਨ ਦੁਨੀਆ ਜਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਤਾਂ ਕਹਿੰਦੇ ਉਹ ਆਪਣੇ ਹੱਥਾਂ ਦੇ ਨਾਲ ਬੂਟੇ ਲਾਉਂਦੀ ਹੈ, ਉਹਨਾਂ ਨੂੰ ਪਾਣੀ ਦੇ ਕੇ ਪਾਲਦੀ ਹੈ, ਸਿਹਰੇ ਗੁੰਦ ਕੇ ਉਹਨਾਂ ਨੂੰ ਸਜਾਉਂਦੀ ਹੈ ਅਤੇ ਸੁੱਖ ਮਨਾਉਂਦੀ ਹੈ, ਪਰ ਜੇਕਰ ਉਸ ਉੱਪਰ ਪੀਂਘ ਪਾ ਕੇ ਝੂਟੇ ਲੈਣ ਲੱਗ ਪਵੇ ਤਾਂ ਦੁਨੀਆ ਨੂੰ ਇਹ ਗੱਲ ਮਨਜ਼ੂਰ ਨਹੀਂ, ਕਿਉਂਕਿ ਸਮਾਜ ਦੇ ਸਾਹਮਣੇ ਉਸ ਦੀ ਮਨ ਮਰਜ਼ੀ ਹੈ ਜਿਹੜੀ ਉਹ ਨਹੀਂ ਚੱਲਦੀ। ਜੇ ਅੰਬਰ ਦਾ ਗੀਤ ਮੈਂ ਗਾਵਾਂ, ਸ਼ਿਕਰੇ ਰੋਕਣ ਮੇਰੀਆਂ ਰਾਹਾਂ, ਜ਼ਖਮੀ ਹੋਵਾਂ ਅਤੇ ਡਿੱਗ ਜਾਵਾਂ, ਰਾਹਾਂ ਮੈਂ ਹੋਂਕੇ ਭਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਕਵਿਤਰੀ ਕਹਿ ਰਹੀ ਹੈ, ਕਹਿੰਦੀ ਜੇਕਰ ਉਹ ਅਸਮਾਨਾਂ ਦਾ ਗੀਤ ਗਾਉਂਦੀ ਹੈ, ਉੱਚੀਆਂ ਉਡਾਰੀਆਂ ਮਾਰਨ ਦਾ ਯਤਨ ਕਰਦੀ ਹੈ, ਤਾਂ ਕਹਿੰਦੇ ਸਿਖਰੇ ਉਸ ਦਾ ਰਾਹ ਰੋਕ, ਸ਼ਿਕਰੇ ਉਸ ਦਾ ਰਾਹ ਨੇ ਜਿਹੜੇ ਉਹ ਰੋਕ ਲੈਂਦੇ ਨੇ। ਸਿਕਰਾ ਹੁੰਦਾ ਇੱਕ ਸ਼ਿਕਾਰੀ ਪੰਛੀ। ਤਾਂ ਕਹਿੰਦੇ ਇਸ ਤਰ੍ਹਾਂ ਉਸ ਨੂੰ ਉੱਪਰ ਨਹੀਂ ਜਾਣ ਦਿੱਤਾ ਜਾਂਦਾ। ਕਹਿੰਦੇ ਇਸ ਤਰ੍ਹਾਂ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਜਾਂਦੀ ਹੈ ਅਤੇ ਹੌਂਕੇ ਭਰਦੀ ਰਹਿੰਦੀ ਹੈ, ਤਾਂ ਉਸ ਤਰ੍ਹਾਂ ਉਸ ਦੀ ਮਨ ਮਰਜ਼ੀ ਹੈ ਜਿਹੜੀ ਉਹ ਨਹੀਂ ਹੁੰਦੀ।
ਅੰਮੜੀ ਕਹੇ ਪ੍ਰਾਹੁਣੀ ਆਈ, ਸੱਸੂ ਕਹੇ ਵਗਾਨੀ ਜਾਈ, ਸਾਰੀ ਉਮਰ ਪਤਾ ਨਾ ਲੱਗਿਆ ਧੀ ਮੈਂ ਕਿਹੜੇ ਘਰ ਦੀ, ਮੇਰੀ ਨਹੀਂ ਪੁੱਗਦੀ ਮਨਮਰਜ਼ੀ। ਤਾਂ ਦੇਖੋ ਧੀਆਂ ਨੂੰ ਕਿਹਾ ਜਾਂਦਾ ਹੈ ਕਿ ਇਹ ਪਰਾਇਆ ਧਨ ਹੈ, ਤਾਂ ਜਦੋਂ ਉਹ ਸਹੁਰੇ ਚਲੀ ਜਾਂਦੀ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਇਹ ਵਿਗਿਆਨੀ ਧੀ ਹੈ। ਤਾਂ ਕਹਿੰਦੇ ਉਸ ਨੂੰ ਨਹੀਂ ਪਤਾ ਲੱਗਦਾ ਕਿ ਉਸ ਦਾ ਆਪਣਾ ਘਰ ਕਿਹੜਾ ਹੈ, ਉਸ ਦੀ ਆਪਣੀ ਮਨਮਰਜ਼ੀ ਨਹੀਂ ਚੱਲਦੀ। ਗੁੜ ਪੂਣੀ ਦੀ ਲੋੜ ਨਾ ਕੋਈ, ਨਾ ਕੋਈ ਹੁਕਮ ਤੇ ਨਾ ਅਰਜ਼ੋਈ, ਦੱਬਣ ਦੀ ਵੀ ਹੁਣ ਨਹੀਂ ਖੇਚਲ, ਦਵਣ ਦੀ ਵੀ ਹੁਣ ਨਹੀਂ ਖੇਚਲ, ਜੰਮਣੋਂ ਪਹਿਲਾਂ ਮਰਦੀ, ਮੇਰੀ ਨਹੀਂ ਪੁੱਗਦੀ ਮਨਮਰਜ਼ੀ। ਦੇਖੋ ਪਹਿਲਾਂ ਜਦੋਂ ਛੋਟੀ ਬੱਚੀ ਪੈਦਾ ਹੁੰਦੀ ਸੀ ਤਾਂ ਕਹਿੰਦੇ ਉਸ ਦੇ ਹੱਥ ਦੇ ਵਿੱਚ ਪੂਣੀ ਦੇ ਕੇ ਹੈ ਨਾ ਉਸ ਨੂੰ ਗੁੜ ਖਵਾ ਕੇ ਕਿਹਾ ਜਾਂਦੀ ਵੀ ਤੂੰ ਜਾ ਆਪਣੇ ਵੀਰੇ ਨੂੰ ਕੱਤੀ। ਕਹਿੰਦੇ ਹੁਣ ਉਹ ਵੀ ਕਰਨ ਦੀ ਜਿਹੜੀ ਲੋੜ ਹੈ ਨਹੀਂ ਰਹੀ, ਕਿਉਂਕਿ ਹੁਣ ਕੁੱਖਾਂ ਦੇ ਵਿੱਚ ਹੀ ਧੀਆਂ ਮਾਰੀਆਂ ਜਾਂਦੀਆਂ ਨੇ। ਤਾਂ ਕਹਿੰਦੇ ਹੁਣ ਉਹ ਪੁਰਾਣੀ ਜਿਹੜਾ ਪਹਿਲਾਂ ਸੀਗਾ ਕਿ ਸਮਾਜ ਦੇ ਵਿੱਚ ਇਸਤਰੀ ਹੁੰਦਿਆਂ ਹੋਇਆਂ ਬੰਧਨਾਂ ਵਿੱਚ ਵਿਚਰਦੀ ਹੋਈ ਨਾ ਕੋਈ ਉਹ ਹੁਕਮ ਕਰ ਸਕਦੀ ਹੈ, ਨਾ ਹੀ ਉਹ ਬੇਨਤੀ ਕਰ ਸਕਦੀ ਹੈ, ਪਰ ਉਹ ਕਹਿੰਦੀ ਹੈ ਕਿ ਪੁੱਤਰਾਂ ਦੇ ਚਾਹਵਾਨ ਇਸ ਸਮਾਜ ਨੂੰ ਉਸਦੇ ਹੱਥਾਂ ਵਿੱਚ ਗੁੜ ਤੇ ਪੂਣੀ ਦੇ ਕੇ ਦੱਬਣ ਦੀ ਵੀ ਹੁਣ ਜਿਹੜੀ ਜ਼ਰੂਰਤ ਹੈ ਉਹ ਨਹੀਂ ਰਹੀ, ਕਿਉਂਕਿ ਹੁਣ ਕੁੱਖਾਂ ਦੇ ਵਿੱਚ ਹੀ ਧੀਆਂ ਨੇ ਜਿਹੜੀਆਂ ਉਹ ਮਾਰੀਆਂ ਜਾਂਦੀਆਂ ਨੇ। ਤਾਂ ਇਸ ਤਰ੍ਹਾਂ ਇਸ ਕਵਿਤਾ ਦੇ ਵਿੱਚ ਜਿਹੜੀ ਸੁਖਵਿੰਦਰ ਅੰਮ੍ਰਿਤ ਕਵਿੱਤਰੀ ਹੈ ਉਹ ਸਮਾਜ ਦੇ ਵਿੱਚ ਇਸਤਰੀ ਜਾਤੀ ਦੀ ਜਿਹੜੀ ਕਿਸ ਤਰ੍ਹਾਂ ਦੀ ਤਰਾਸਦੀ ਹੁੰਦੀ ਹੈ ਉਸ ਨੂੰ ਬਿਆਨ ਕਰਦੀ ਹੈ। ਥੈਂਕ ਯੂ।